गोबिंद स्यों जो पाने संग पाने। परम सम्मानयोग चवर शतर तक दे मालक, जुग हो जुग अटल। धन धन साहिब श्री गुरु ग्रंथ साहिब पातशाह जी सतगुरां दे पावन पवित्र निगी गोद अंदर सुभाईमान होकर के धन धन साहिब श्री गुरु तेग बहादुर पातशाह जी सतगुरां दी शहादत नूं नमन करदे हां अते सतगुरां दे प्यारे मरजीवड़े गुरसिख गुरु दी आग्या विच अपना आपा वारन वाले धन धन भाई मती दास जी, धन धन भाई सती दास जी अते धन धन भाई दयाला जी। तिन्हां दी शहादत नूं समर्पित इन्हां पावन पवित्र दीवानां दे अंदर बड़े प्यार बड़ी एकाग्रता नाल सतगुर की पावन बाणी दे कीर्तन आप जी सरवण कर रहे सो। धन गुरु तेग बहादुर पातशाह जी सतगुरां दा पावन जीवन अते नाल ही सतगुरां दी अंमृतमय बाणी, क्योंकि जीवन उदों घड़िया जाता है जदों बाणी दी टेक गुरसिख अपने जीवन विच लैंदे। इतिहास उदों घड़िया जाता है जदों मनुख दे कोलों सच दी रोशनी होवे, अगवाई पूर्ण गुरु दी होवे। सतगुरु धन गुरु तेग बहादुर पातशाह जी सतगुरां दी अंमृतमय बाणी जिथे सानू उस करते परिपूर्ण परमात्मा अकाल पुरख दे अगम्य बचनां दे नाल उपदेश नाल जोड़दी है, उथे सतगुरु जी वार वार अंमृत बाणी दे राहीं सानू साडे स्वयं दी पड़चोल दे नाल भी जोड़दे ने। ये बहुत जरूरी है साध संगत जी कि मनुख अपने जीवन दे विच जो कुछ भी करदा है जे वो अपने आपे दी पड़चोल ना करे ते वो अधूरा हुंदा है। जदों मनुख नूं अपने आपे दी पड़चोल करनी आ जाए फिर वो अपने जीवन नूं किसी सही मुकाम वल ले जाण दे समर्थ हुंदा है। ते गुरु तेग बहादुर पातशाह जी अंमृत बाणी दे राहीं जिथे सहबां दे पावन अंमृत शब्द तकरीबन 59 शब्द ने सतगुरां दी पावन बाणी दे अंदर और 57 श्लोक ने जो गुरु तेग बहादुर पातशाह जी दे उचारण कीते श्लोक 12 ते वधीक विच शामिल जो धन गुरु ग्रंथ साहिब पातशाह जी की पावन बाणी के अंदर सब तो अखीर विच पढ़े जाते हैं, जिन्होंने असी अक्सर कह देने भोग दे श्लोक। वो भोग दे श्लोक नहीं,
ਉਹਨਾਂ ਸ਼ਲੋਕਾਂ ਦਾ ਸਿਰਲੇਖ ਹੈ ਸ਼ਲੋਕ 12 ਤੇ ਵਧੀਕ। ਸ਼ਲੋਕ 12 ਤੇ ਵਧੀਕ ਦਾ ਮਤਲਬ ਹੈ ਉਹ ਸ਼ਲੋਕ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਲਿਖੀਆਂ ਹੋਈਆਂ 22 ਵਾਰਾਂ, ਉਹਨਾਂ ਵਾਰਾਂ ਤੋਂ ਜਿਹੜੇ ਸ਼ਲੋਕ ਬਚ ਗਏ, ਵੱਧ ਗਏ, ਉਹਨਾਂ ਸ਼ਲੋਕਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਖੀਰ ਦੇ ਵਿੱਚ ਸ਼ਲੋਕ 12 ਤੇ ਵਧੀਕ ਵਿੱਚ ਦਰਜ ਕੀਤਾ ਹੈ। ਉਹਨਾਂ ਸ਼ਲੋਕਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸ਼ਲੋਕ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਲੋਕ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਇਹ ਪਾਵਨ ਸ਼ਬਦ ਮਾਨੋ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਮੁੱਚੇ ਜੀਵਨ ਦੀ ਵਿਆਖਿਆ ਵੀ ਕਰਦਾ ਹੈ ਤੇ ਨਾਲ ਨਾਲ ਸਾਨੂੰ ਸਭਨਾ ਜੀਆਂ ਨੂੰ ਉਸ ਪਰਮਾਤਮਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਕਿਵੇਂ ਆਪਣਾ ਜੀਵਨ ਜੀਣਾ ਹੈ, ਇਸ ਗੱਲ ਦੀ ਤਸਦੀਕ ਵੀ ਕਰਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਜਿਹੜਾ ਦੁੱਖ ਦੇ ਵਿੱਚ ਘਬਰਾਏ ਨਾ। ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਜਿਹੜੇ ਅਰਥ ਕੀਤੇ ਨੇ ਉੱਥੇ ਸ਼ਬਦ ਲਿਖੇ ਨੇ ਉਹ ਮਨੁੱਖ ਜਿਹੜਾ ਦੁੱਖ ਵਿੱਚ ਘਬਰਾਏ ਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਮਾਨੈ ਦਾ ਭਾਵ ਹੁੰਦਾ ਹੈ ਫੀਲ ਕਰਨਾ, ਮੰਨਣਾ। ਧਿਆਨ ਦੇਣਾ, ਕੋਈ ਵੀ ਚੀਜ਼ ਹੈ ਜਦੋਂ ਤੁਸੀਂ ਉਹਨੂੰ ਫੀਲ ਕਰਦੇ ਹੋ, ਚੁਰਸਤੇ ਚੋਂ ਤੁਰੇ ਜਾਂਦੇ ਹਾਂ, ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਇਨਸਾਨ ਜਿੰਦਾ ਐਕਸੀਡੈਂਟ ਹੋ ਜਾਏ, ਉਸ ਮਨੁੱਖ ਦੇ ਕੋਲੋਂ 10, 12, 15 ਮਨੁੱਖ ਖੜੇ ਹੋਣ ਤੇ ਉਹਨੂੰ ਬਹੁਤ ਗੰਭੀਰ ਸੱਟ ਲੱਗੀ ਹੋਵੇ, ਅਸੀਂ 2 ਮਿੰਟ ਲੰਘਦਿਆਂ ਹੋਇਆਂ ਨਜ਼ਰ ਮਾਰਨੇ ਆ, ਪੁੱਛਨੇ ਆ ਕਿਸੇ ਨੂੰ ਲੰਘਦਿਆਂ ਵੀ ਕੀ ਹੋਇਆ ਹੈ, ਤੇ ਭੀੜ ਦੇ ਵਿੱਚੋਂ ਕੋਈ ਬੰਦਾ ਕਹਿੰਦਾ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ। ਕੌਣ ਸੀ ਬੰਦਾ? ਉਹ ਕਹਿੰਦਾ ਪਤਾ ਨਹੀਂ, ਪਰ ਉਹਨੂੰ ਸੱਟ ਬਹੁਤ ਗੰਭੀਰ ਲੱਗੀ। ਅਸੀਂ ਧਿਆਨ ਮਾਰਨੇ ਆ ਥੋੜਾ ਜਿਹਾ ਉਸ ਬੰਦੇ ਵੱਲ ਤੇ ਅੱਗੇ ਨਿਕਲ ਜਾਂਦੇ ਆ, ਪਰ ਧਿਆਨ ਦੇਣਾ ਜੇ ਉਸੇ ਭੀੜ ਦੇ ਵਿੱਚ ਉਹ ਬੰਦਾ ਜਿਹਨੂੰ ਸੱਟ ਲੱਗੀ ਏ, ਜਿਹਨੂੰ ਚੋਟ ਲੱਗੀ ਏ, ਜਿਹਦਾ ਐਕਸੀਡੈਂਟ ਹੋਇਆ ਹੈ, ਜੇ ਧਿਆਨ ਮਾਰਿਆ ਵੇਖਿਆ ਇਹ ਪਤਾ ਲੱਗ ਜਾਏ ਵੀ ਇਹ ਬੰਦਾ ਮੇਰਾ ਜਾਣਕਾਰ ਹੈ ਜਾਂ ਇਹ ਬੰਦਾ ਮੇਰੇ ਰਿਸ਼ਤੇਦਾਰੀ ਵਿੱਚੋਂ ਜਾਂ ਮੇਰੇ ਪਰਿਵਾਰ ਵਿੱਚੋਂ ਹੈ, ਇੱਕਦਮ ਬੰਦਾ ਘਬਰਾਉਂਦਾ ਵੀ ਤੇ ਉੱਥੇ ਰੁਕ ਜਾਂਦਾ ਹੈ, ਭੱਜ ਕੇ ਉਸ ਬੰਦੇ ਵੱਲ ਹੁੰਦਾ ਹੈ ਤੇ ਯਤਨ ਕਰਦਾ ਹੈ ਵੀ ਉਹਨੂੰ ਛੇਤੀ ਤੋਂ ਛੇਤੀ ਹਸਪਤਾਲ ਤੱਕ ਲੈ ਕੇ ਜਾਇਆ ਜਾਏ ਤਾਂ ਕਿ ਉਹਨੂੰ ਜਿਹੜਾ ਦੁੱਖ ਆਇਆ, ਜਿਹੜੀ ਤਕਲੀਫ ਆਈ ਉਹ ਵਧੇ ਨਾ। ਧਿਆਨ ਦੇਣਾ, ਦੋਨਾਂ ਦੇ ਅੰਦਰ ਅੰਤਰ ਕੀ ਹੈ। ਇੱਕ ਵਾਰੀ ਅਸੀਂ ਬੰਦੇ ਨੂੰ ਵੇਖਿਆ ਤੇ ਅਸੀਂ ਸੁਣਿਆ ਜ਼ਰੂਰ, ਪਰ ਸਾਡੇ ਮਨ ਨੇ ਆਖਿਆ ਵੀ ਚੱਲ ਅੱਗੇ ਵੀ ਇਹ ਕਿਹੜਾ ਤੇਰਾ ਆਪਣਾ ਹੈ। ਤੇ ਦੂਸਰੇ ਪਾਸੇ ਜਦੋਂ ਬੰਦੇ ਵੱਲ ਧਿਆਨ ਗਿਆ ਤੇ ਇਹ ਮਨ ਨੇ ਆਵਾਜ਼ ਮਾਰੀ ਵੀ ਭਲਿਆ ਹੈ ਤੇ ਤੇਰਾ ਆਪਣਾ ਹੈ। ਜਦੋਂ ਆਪਣੇ ਦੀ ਗੱਲ ਆਈ ਉਦੋਂ ਮਨ ਨੇ ਫੀਲ ਕੀਤਾ, ਮਨ ਨੇ ਉਸ ਚੀਜ਼ ਨੂੰ ਅਨੁਭਵ ਕੀਤਾ, ਬੰਦੇ ਦੇ ਕਦਮ ਰੁਕੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਿਹੜਾ ਮਨੁੱਖ ਦੁੱਖ ਦੇ ਵਿੱਚ ਦੁੱਖ ਨੂੰ ਨਾ ਮਾਨੇ, ਵੈਸੇ ਪਰਮਾਤਮਾ ਦੀ ਬਣਾਈ ਇਸ ਕੁਦਰਤ ਦਾ ਇਹ ਸਿਧਾਂਤ ਹੈ, ਇੰਝ ਕਹਿ ਲਓ ਵੀ ਪਰਮਾਤਮਾ ਦੀ ਬਣਾਈ ਕੁਦਰਤ ਦਾ ਇਹ ਨਿਯਮ ਹੈ
ਕਿ ਇੱਥੇ ਜੀਵਨ ਦੇ ਅੰਦਰ ਦੋ ਚੀਜ਼ਾਂ ਸਦਾ ਹੀ ਬੰਦੇ ਦੇ ਜੀਵਨ ਵਿੱਚ ਆਉਂਦੀਆਂ ਤੇ ਜਾਂਦੀਆਂ ਨੇ। ਉਹਨੂੰ ਸਤਿਗੁਰ ਨੇ ਬਾਣੀ ਵਿੱਚ ਆਖਿਆ ਸੁੱਖ ਤੇ ਦੁੱਖ। ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਮੈਂ ਯਤਨ ਕਰਾਂਗਾ ਵੀ ਜ਼ਿਆਦਾ ਤੋਂ ਜ਼ਿਆਦਾ ਬਚਨ ਸਾਹਿਬਾਂ ਦੀ ਪਾਵਨ ਬਾਣੀ ਵਿੱਚੋਂ ਹੀ ਹੋਣ ਜੋ ਸਮਾਂ ਆਪਾਂ ਨੂੰ ਮਿਲੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਦੋਂ ਤੁਸੀਂ ਸ਼ਲੋਕ ਪੜ੍ਹਦੇ ਹੋ ਤੇ ਸਾਹਿਬ ਕਹਿੰਦੇ ਨੇ ਮਨੁੱਖ ਬਹੁਤ ਯਤਨ ਕਰਦਾ ਹੈ ਆਪਣੇ ਜੀਵਨ ਦੇ ਅੰਦਰ ਵੀ ਮੈਨੂੰ ਸੁੱਖ ਮਿਲੇ। ਆ ਜਿੰਨੇ ਸਾਡੇ ਜੀਵਨ ਦੇ ਪਸਾਰੇ ਨੇ, ਸਵੇਰ ਤੋਂ ਲੈ ਕੇ ਰਾਤ ਤੱਕ, ਸਾਰੀ ਰਾਤ ਜੋ ਵੀ ਬੰਦਾ ਦੌੜ ਭੱਜ ਕਰਦਾ ਕਿਉਂ ਕਰਦਾ ਵੀ ਮੈਨੂੰ ਜੀਵਨ ਦੇ ਵਿੱਚ ਸੁੱਖ ਮਿਲੇ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮਨੁੱਖ ਯਤਨ ਬੜੇ ਕਰਦਾ ਹੈ ਕਿ ਮੈਨੂੰ ਸੰਸਾਰ ਦੇ ਸਾਰੇ ਸੁੱਖ ਮਿਲਣ, ਪਰ ਯਤਨ ਕਰਦਿਆਂ ਕਰਦਿਆਂ ਵੀ ਦੁੱਖ ਮਿਲਦੇ ਨੇ। ਐਸਾ ਨਹੀਂ ਵੀ ਬੰਦੇ ਦੇ ਮਨ ਦੀ ਇੱਛਾ ਹੋਵੇ ਵੀ ਮੈਨੂੰ ਦੁੱਖ ਮਿਲਣ। ਪਾਤਸ਼ਾਹ ਕਹਿੰਦੇ ਨੇ ਯਤਨ ਸੁੱਖ ਦੇ ਕਰਦਾ ਏ ਪਰ ਮਿਲਦਾ ਦੁੱਖ ਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਅਸਲ ਗੱਲ ਇਹ ਹੈ ਕਿ ਸੁੱਖ ਤੇ ਦੁੱਖ ਇਹ ਪਰਮਾਤਮਾ ਅਕਾਲ ਪੁਰਖ ਦੇ ਭਾਣੇ ਵਿੱਚ ਨੇ, ਉਹਦੇ ਹੁਕਮ ਦੇ ਵਿੱਚ ਨੇ। ਕਦੀ ਕੋਈ ਬੰਦਾ ਇਹ ਨਹੀਂ ਆਖ ਸਕਦਾ ਦੁਨੀਆ ਦੇ ਅੰਦਰ ਵੀ ਮੈਂ ਸਦਾ ਸੁਖੀ ਰਵਾਂਗਾ। ਤਾਂ ਹੀ ਸਤਿਗੁਰ ਨੇ ਬਾਣੀ ਵਿੱਚ ਇਹ ਵੀ ਬਚਨ ਆਖੇ। ਪਾਤਸ਼ਾਹ ਕਹਿੰਦੇ ਨੇ ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਪਾਤਸ਼ਾਹ ਕਹਿੰਦੇ ਨੇ ਸੁੱਖ ਸਾਰੇ ਮੰਗਦੇ ਨੇ, ਦੁੱਖ ਕੋਈ ਵੀ ਨਹੀਂ ਮੰਗਦਾ। ਪਰ ਪਾਤਸ਼ਾਹ ਕਹਿੰਦੇ ਨੇ ਸੁਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਸਾਹਿਬ ਕਹਿੰਦੇ ਨੇ ਮਨਮੁਖ ਬੰਦੇ ਨੂੰ ਅਕਲ ਤੋਂ ਹੀ ਨੇ, ਬੰਦੇ ਨੂੰ ਪਤਾ ਹੀ ਕੋਈ ਨਹੀਂ ਕਿ ਜੇ ਮੰਗਦਾ ਸੁੱਖ ਤੇ ਸੁੱਖ ਕੁਦਰਤ ਦਾ ਨਿਯਮ ਨਹੀਂ। ਸੁੱਖ ਦੀ ਨਿਯਮਾਵਲੀ ਦੇ ਨਾਲ ਨਾਲ ਜੀਵਨ ਦੇ ਅੰਦਰ ਦੁੱਖ ਵੀ ਖੜਾ ਹੈ। ਧੰਨ ਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਨੇ ਸ਼੍ਰੀ ਰਾਗ ਦੇ ਅੰਦਰ। ਸਾਹਿਬ ਜੀ ਕਹਿੰਦੇ ਨੇ ਸੁੱਖ ਹੈ ਕੋ ਦੁੱਖ ਅਗਲਾ, ਸੁੱਖ ਤੋਂ ਅੱਗੇ ਫਿਰ ਮਨੁੱਖ ਦੇ ਜੀਵਨ ਵਿੱਚ ਦੁੱਖ ਖੜਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਮਨਮੁਖ ਬੂਝ ਨਾ ਹੋਏ। ਪਰ ਮਨਮੁਖ ਬੰਦੇ ਨੂੰ ਇਸ ਗੱਲ ਦੀ ਸਮਝ ਨਹੀਂ। ਕਿਉਂ ਸਮਝ ਨਹੀਂ? ਦਾਤਾਰ ਪਿਤਾ ਕਹਿੰਦੇ ਨੇ ਸਮਝ ਇਸ ਕਰਕੇ ਨਹੀਂ ਕਿਉਂਕਿ ਇਸ ਬੰਦੇ ਦਾ ਧਿਆਨ ਸਿਰਫ ਤੇ ਸਿਰਫ ਸੁੱਖਾਂ ਵਾਲੇ ਦੁੱਖ ਵੱਲ ਹੈ ਹੀ ਨਹੀਂ। ਇਸੇ ਕਰਕੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਬਚਨ ਆਖਿਆ ਵੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖ। ਪਾਤਸ਼ਾਹ ਕਹਿੰਦੇ ਨੇ ਦੋ ਕੱਪੜੇ ਨੇ ਜਿਹੜੇ ਹਰ ਇੱਕ ਇਨਸਾਨ ਨੇ ਆਪਣੇ ਤਨ ਤੇ ਪਾਣੇ ਨੇ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਪਰਮਾਤਮਾ ਦੇ ਹੁਕਮ ਵਿੱਚ ਚੱਲੇਗਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕੈ। ਜਿਹਦੇ ਅੰਦਰ ਸੁੱਖ ਪ੍ਰਤੀ ਸਨੇਹ ਨਹੀਂ, ਧਿਆਨ ਦੇਣਾ ਸੁੱਖ ਪ੍ਰਤੀ ਸਨੇਹ। ਸਨੇਹ ਦਾ ਆਖਰੀ ਅਰਥ ਵੈਸੇ ਹੁੰਦਾ ਹੈ ਪਿਆਰ, ਪਰ ਇੱਥੇ ਸਨੇਹ ਸ਼ਬਦ ਦਾ ਭਾਵ ਹੈ ਮੋਹ। ਜਿੰਦਾ ਸਤਿਗੁਰ ਕਹਿੰਦੇ ਨੇ ਸੁੱਖਾਂ ਦੇ ਨਾਲ ਜਿਹਦੇ ਅੰਦਰ ਮੋਹ ਨਹੀਂ। ਭਾਵ ਜਦੋਂ ਬੰਦਾ ਸੁੱਖ ਕਮਾਉਣ ਦੇ ਲਈ ਮੋਹ ਵਸ ਹੋ ਕੇ ਸੁੱਖ ਵਾਲੇ ਪਾਸੇ ਤੁਰਦਾ ਹੈ, ਉਦੋਂ ਇਹਦੇ ਜੀਵਨ ਦੇ ਵਿੱਚੋਂ ਚੰਗੇ ਤੇ ਮੰਦੇ ਦੀ ਜਿਹੜੀ ਫਿਲੋਸਫੀ ਹੈ, ਜਿਹੜੀ ਵਿਚਾਰ ਹੈ, ਉਹ ਮਰ ਜਾਂਦੀ ਹੈ। ਫਿਰ ਬੰਦਾ ਯਤਨ ਕਰਦਾ ਹੈ ਭਾਵੇਂ ਕਿਸੇ ਤਰੀਕੇ, ਭਾਵੇਂ ਕਿਸੇ ਜੁਗਤ ਦੇ ਨਾਲ ਮੈਨੂੰ ਸੁੱਖ ਮਿਲੇ, ਪਰ ਮਿਲਣਾ ਚਾਹੀਦਾ ਹੈ। ਵੇਖੋ ਦੁਨੀਆ ਦੇ ਅੰਦਰ ਇੰਨੀ ਰਿਸ਼ਵਤਖੋਰੀ, ਇਹਨਾਂ ਸੰਸਾਰ ਦੇ ਅੰਦਰ ਕੋਈ ਬੰਦਾ ਘਰੋਂ ਨਿਕਲਿਆ ਤੇ ਉਹ ਕਹਿੰਦਾ ਵੀ ਮੈਂ ਆਪਣੇ ਘਰ ਤੋਂ ਆਪਣੀ ਮੰਜ਼ਿਲ ਤੱਕ ਜਾਂਦਿਆਂ ਜੇ ਉਹਦੇ ਕੋਲੋਂ ਚਾਰ ਦਮੜੇ ਨੇ, ਉਹਨੇ ਆਪਣੇ ਹੱਥ ਵਿੱਚ ਸੋਨਾ ਪਾਇਆ, ਗਲੇ 'ਚ ਸੋਨੇ ਦੀ ਜੰਜੀਰ ਪਾਈ, ਉਹਨੂੰ ਅੰਦਰ ਖਦਸ਼ਾ ਡਾਰੇ ਕਿਤੇ ਰਸਤੇ ਦੇ ਵਿੱਚ ਕੋਈ ਇਨਸਾਨ ਆ ਕੇ ਮੇਰੇ ਕੋਲੋਂ ਸਭ ਕੁਝ ਲੁੱਟ ਕੇ ਨਾ ਲੈ ਜਾਏ। ਦਾਤਾਰ ਪਿਤਾ ਜੀ ਕਹਿੰਦੇ ਨੇ ਸਭ ਕੁਝ ਕਿਉਂ ਵਾਪਰਦਾ ਪਿਆ ਹੈ, ਕਿਉਂ ਇਹ ਸਭ ਕੁਝ ਸ੍ਰਿਸ਼ਟੀ ਦੇ ਅੰਦਰ ਹੋ ਰਿਹਾ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਦਾ ਕਾਰਨ ਹੈ ਜਦੋਂ ਬੰਦਾ ਸੁੱਖ ਦੇ ਨਾਲ ਸਨੇਹ ਬਣਾ ਲੈਂਦਾ ਹੈ, ਉਦੋਂ ਇਹਦੇ ਜੀਵਨ ਦੇ ਅੰਦਰ ਚੰਗੇ ਤੇ ਮੰਦੇ ਦੀ ਵਿਚਾਰ ਮੁੱਕ ਜਾਂਦੀ ਹੈ। ਉਦੋਂ ਸਿਰਫ ਸੁੱਖ ਦੇ ਮੋਹ ਨਾਲ ਜੁੜ ਜਾਂਦਾ ਹੈ ਤੇ ਸੁੱਖ ਦੇ ਮੋਹ ਵਿੱਚ ਜੁੜਿਆ ਹੋਇਆ ਬੰਦਾ ਅਕਸਰ ਜੀਵਨ ਦੇ ਅੰਦਰ ਕਰਮ ਨਹੀਂ ਵਾਚਦਾ,
ਉਹ ਇਹ ਵੇਖਦਾ ਵੀ ਮੈਨੂੰ ਮਿਲੇ ਤੇ ਮਿਲੇ ਕਿਸ ਢੰਗ ਦੇ ਨਾਲ। ਉਹ ਉਸ ਢੰਗ ਨੂੰ ਅਪਣਾ ਲੈਂਦਾ, ਭਾਵੇਂ ਉਹ ਢੰਗ ਚੰਗਾ ਹੋਵੇ ਤੇ ਭਾਵੇਂ ਮਾੜਾ ਹੋਵੇ। ਥੋੜਾ ਜਿਹਾ ਹੁਣ ਧਿਆਨ ਦੇਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ। ਇਸ ਹਿੰਦੁਸਤਾਨ ਦੇ ਤਖਤੇ ਤੇ ਔਰੰਗਜ਼ੇਬ ਬੈਠਾ ਹੈ। ਔਰੰਗਜ਼ੇਬ ਦਾ ਜਿਹੜਾ ਪਿਤਾ ਸ਼ਾਹਜਹਾਨ ਨੇ, ਇਹਦੇ ਮਨ ਅੰਦਰ ਤਾਂਗੇ ਵੀ ਜਿਹੜੀ ਗੱਦੀ ਹੈ ਹਿੰਦੁਸਤਾਨ ਦੀ, ਜਿਹੜੀ ਇਹ ਸਲਤਨਤ ਦੀ ਮਲਕੀਅਤ ਹੈ, ਇਹ ਮੇਰੇ ਪੁੱਤਰ ਦਾਰਾ ਸ਼ਿਕੋ ਨੂੰ ਮਿਲੇ। ਪਰ ਔਰੰਗਜ਼ੇਬ ਇਹ ਆਪਣੇ ਪਿਤਾ ਨੂੰ ਅੰਦਰੋਂ ਅੰਦਰੀ ਫੌਜ ਦੇ ਨਾਲ ਵਿਉਂਤਬੰਦੀ ਬਣਾ ਕੇ ਲੋਕਾਂ ਨੂੰ, ਫੌਜ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ ਤੇ ਆਪਣੇ ਪਿਤਾ ਨੂੰ ਜੇਲ੍ਹ ਦੇ ਵਿੱਚ ਪਾ ਦਿੰਦਾ ਹੈ। ਧਿਆਨ ਦੇਣਾ, ਕੋਈ ਵੀ ਸੰਸਾਰ ਦਾ ਮਨੁੱਖ ਹੋਵੇ, ਮੈਂ ਜਿਹੜੇ ਬਚਨ ਬਾਣੀ ਵਿੱਚੋਂ ਕਹਿ ਰਿਹਾ, ਥੋੜੀ ਜਿਹੀ ਤਵੱਜੋ ਦੇਣਾ ਇਹਨਾਂ ਬਚਨਾਂ ਵੱਲ ਵੀ ਸੁਖ ਸਨੇਹ ਅਰ ਭੈ ਨਹੀਂ ਜਾਂ ਕੇ। ਦੋ ਭਾਗ ਨੇ। ਇੱਕ ਪਾਸੇ ਔਰੰਗਜ਼ੇਬ ਜਿਹਦੇ ਕੋਲ ਤਖਤ ਹੈ, ਦੂਜੇ ਪਾਸੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੇ ਕੋਲ ਰੂਹਾਨੀਅਤ ਹੈ। ਦੋ ਚੀਜ਼ਾਂ ਸੰਸਾਰ ਵਿੱਚ ਕੰਮ ਕਰਦੀਆਂ ਨੇ ਸਾਧ ਸੰਗਤ। ਸੁੱਖ ਦੇ ਸਨੇਹ ਵਿੱਚ ਬੰਦਾ ਬੌਰਾ ਹੋ ਜਾਂਦਾ ਹੈ ਤੇ ਜਦੋਂ ਸਮਝ ਆ ਜਾਏ ਪਰਮਾਤਮਾ ਦੇ ਹੁਕਮ ਦੀ, ਫਿਰ ਹਮੇਸ਼ਾ ਪਰਮਾਤਮਾ ਦੀ ਭੈ ਭਾਵਨੀ ਵਿੱਚ ਜਿੰਦਾ ਹੈ। ਸਾਹਮਣੇ ਸੁੱਖ ਆ ਜਾਏ, ਦੁੱਖ ਆ ਜਾਏ, ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਔਰੰਗਜ਼ੇਬ ਇਹ ਆਪਣੇ ਪਿਤਾ ਨੂੰ ਜੇਲ੍ਹ ਦੇ ਵਿੱਚ ਡੱਕਦਾ ਹੈ, ਜੇਲ੍ਹ ਦੇ ਵਿੱਚ ਕੈਦ ਕਰ ਦਿੰਦਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲਦੀ ਹੈ। ਔਰੰਗਜ਼ੇਬ ਆਪਣੇ ਪਿਓ ਨੂੰ ਜੇਲ੍ਹ ਵਿੱਚ ਡੱਕਦਾ ਹੈ। ਆਪਣੀ ਭੈਣ ਜਿਹਨੇ ਇਹਨੂੰ ਤਖਤ ਮਿਲਣ ਦੇ ਵਿੱਚ ਬੜੀ ਮਦਦ ਕੀਤੀ, ਆਪਣੀ ਭੈਣ ਨੂੰ ਜਿਹਦਾ ਨਾਮ ਜੇਬੁਲ ਨਿਸ਼ਾ ਸੀ, ਉਹਨੂੰ ਕੈਦ ਵਿੱਚ ਰੱਖਦਾ ਹੈ, ਮਿੱਠਾ ਜ਼ਹਿਰ ਦੇ ਕੇ ਉਹਨੂੰ ਮਾਰਦਾ ਹੈ। ਆਪਣੀ ਧੀ ਉਸ ਨੂੰ ਇਸ ਕਰਕੇ ਕਤਲ ਕਰ ਦਿੰਦਾ ਵੀ ਕੱਲ ਨੂੰ ਕਿਤੇ ਇਹਦਾ ਵਿਆਹ ਹੋ ਜਾਏਗਾ ਤੇ ਜਿਹੜਾ ਜਵਾਈ ਸਾਡੇ ਘਰ ਵਿੱਚ ਬਣ ਕੇ ਆਏਗਾ ਕਿਤੇ ਐਸਾ ਨਾ ਹੋਵੇ ਉਹ ਮੇਰੀ ਗੱਦੀ ਤੇ ਬਹਿ ਜਾਏ। ਤੁਸੀਂ ਵੇਖੋ ਇੱਕ ਬੰਦੇ ਦੇ ਅੰਦਰ ਸੁੱਖ ਦਾ ਕਿੰਨਾ ਸਨੇਹ ਹੈ। ਉਹ ਸੁੱਖ ਦੇ ਸਨੇਹ ਅੰਦਰ ਨਾ ਆਪਣੇ ਪਿਓ ਨੂੰ ਛੱਡਦਾ ਹੈ, ਨਾ ਆਪਣੀ ਭੈਣ ਨੂੰ ਛੱਡਦਾ ਹੈ, ਨਾ ਆਪਣੇ ਭਰਾਵਾਂ ਨੂੰ ਬਖਸ਼ਦਾ ਹੈ ਤੇ ਨਾ ਆਪਣੀ ਧੀ ਨੂੰ ਛੱਡਦਾ ਹੈ। ਉਹ ਆਪਣੇ ਸਾਰੇ ਪਰਿਵਾਰ ਨੂੰ ਕਤਲ ਕਰ ਦਿੰਦਾ ਹੈ। ਇਸ ਕਰਕੇ ਤਾਂ ਕਿ ਸੰਸਾਰ ਦਾ ਇਹ ਸੁੱਖ, ਇਹ ਗੱਦੀ, ਇਹ ਤਖਤ ਮੈਨੂੰ ਮਿਲ ਜਾਏ। ਪਰ ਸੱਚੇ ਮੇਰੇ ਸਤਿਗੁਰ ਕਹਿੰਦੇ ਨੇ, ਇਸ ਗੱਦੀ, ਇਸ ਤਖਤ ਤੇ ਬੈਠਣ ਵਾਲੇ ਕਿੰਨੇ ਆਏ ਤੇ ਕਿੰਨੇ ਗਏ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਤੁਸੀਂ ਬਚਨ ਪੜ੍ਹਦੇ ਹੋ, ਪਾਤਸ਼ਾਹ ਕਹਿੰਦੇ ਨੇ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕਾਲੇ ਕਰਨਾ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ। ਤੇ ਦੂਜੇ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਵੇਖੋ। ਅੱਜ ਦਾ ਦਿਨ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ, ਜਿਹੜੀ ਇਤਿਹਾਸਕ ਡੇਟ ਹੈ ਉਹ 11 ਨਵੰਬਰ ਸੰਨ 1675 ਦੀ ਤੇ 10 ਨਵੰਬਰ ਸੰਨ 1675 ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੋਂ ਇੱਕ ਦਿਨ ਪਹਿਲਾਂ ਸਾਹਿਬਾਂ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ। ਪਰ ਹੁਣ ਥੋੜੀ ਜਿਹੀ ਤਵੱਜੋ ਦੇ ਕੇ ਆਪਣੀ ਸੁਰਤ ਚਾਂਦਨੀ ਚੌਂਕ ਵਿੱਚ ਟਿਕਾਣਾ। ਭਾਈ ਮਤੀ ਦਾਸ ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਹੀਦ ਕਰਨ ਦੇ ਲਈ ਉਸ ਥਾਂ ਤੇ ਲਿਆਇਆ ਜਾਂਦਾ ਜਿਹੜੀ ਤੁਸੀਂ ਅੱਜ ਬਾਹਰ ਥਾਂ ਵੇਖਦੇ ਹੋ ਨਾ, ਉਹ ਚੌਂਕ ਜਿਹੜਾ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਜੀ ਜਿਨ੍ਹਾਂ ਦੇ ਨਾਮ ਤੇ ਬਣਿਆ ਚੌਂਕ ਹੈ, ਉਸ ਚੌਂਕ ਦੇ ਅੰਦਰ ਜਿੱਥੇ ਉਹਨਾਂ ਦੀ ਯਾਦਗਾਰ ਬਣੀ, ਉੱਥੇ ਉਹਨਾਂ ਨੂੰ ਪਹਿਲੋਂ ਸਭ ਤੋਂ ਭਾਈ ਮਤੀ ਦਾਸ ਨੂੰ ਲਿਆਇਆ ਜਾਂਦਾ ਹੈ। ਧਿਆਨ ਦੇਣਾ, ਦੁਨੀਆ ਦੇ ਸੁੱਖਾਂ ਦਾ ਲਾਲਚ ਦਿੱਤਾ ਜਾਂਦਾ, ਐਸਾ ਨਹੀਂ ਵੀ ਲਿਆਂਦਾ ਤੇ ਸ਼ਹੀਦ ਕਰ ਦਿੱਤਾ। ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਪਹਿਲੀ ਰਾਤ ਇੱਥੇ ਦਿੱਲੀ ਦੀ ਧਰਤੀ ਤੇ ਸਤਿਗੁਰਾਂ ਨੂੰ ਚਾਂਦਨੀ ਚੌਂਕ, ਜਿੱਥੇ ਆਪ ਗੁਰਦੁਆਰਾ ਸ਼ੀਸ਼ਗੰਜ ਵੇਖਦੇ ਹੋ, ਇਹ ਤੋਂ ਕੁਝ ਦੂਰੀ ਦੇ ਉੱਪਰ ਇੱਕ ਪੁਰਾਣੀ ਹਵੇਲੀ ਸੀ। ਲੋਕ ਕਹਿੰਦੇ ਸਨ ਉਸ ਪੁਰਾਣੀ ਹਵੇਲੀ ਦੇ ਅੰਦਰ ਕੋਈ ਨਹੀਂ ਸੀ ਜਾਂਦਾ।
सोहन सिंह सीतल लिखते ने, कह लगे वो हवेली जिस हवेली के अंदर बंदा दिने जान लग्या भी डरदा सी, धन गुरु तेग बहादुर पातशाह जी नूं रात पहली उस हवेली विच रखिया जाता है ताकि धन गुरु तेग बहादुर साहब जी का अंदर डोल जाए। ये संसार के तरीके होंदे ने साध संगत, जिवें बच्चे नूं लालच भी दिता जाता है ते डरावा भी दिता जाता है। डरावा इस करके दिता जाता है इहदे अंदर भै खड़ा हो जाए, ते लालच इस करके दिता जाता है ताकि लालच वासी साडी गल मान ले। धन गुरु तेग बहादुर पातशाह जी नूं पहली रात उत्थे रखिया जाता है, ते जिदन अगला दिन चढ़दा है 10 नवंबर का दिन, उस दिन साहिबां दे सामने सब तो पहला काजी आके 3 गल्लां कहंदा है। कहंदा गुरु तेग बहादुर पातशाह जी, जे तुसीं अपना दीन छड्ड दिओ ते इस धरती के उपर सारे लोग इको मजहब के हो जाएंगे, कितना चंगा होएगा। सब लोग इको ही धर्म नूं मनण वाले। ते धन गुरु तेग बहादुर साहब जी ने कहा सी, काजी परमात्मा की बनाई कुदरत की खासियत है। इत्थे मेरे साहब ने बाणी विच उदाहरण दी। पातशाह कहन लगे, रंगी रंगी भांति कर कर जिनसी माया जिन उपाई, कर कर विख्या कीता अपना जिन तिस दी वडियाई। ये उस करते दियां वडियाइयां ने। उन्हें अपनी कुदरत के अंदर बड़ी भिन्नता रखी है, पर सब भिन्नतावां के अंदर भी कुछ वो आप एक रूप विच हुक्म रूप विच वरतदा है। साहब धन गुरु तेग बहादुर साहब जी के सामने फिर 3 गल्लां कहियां सन। कहण लगे, या ते कोई करामात दिखाओ, क्योंकि करामात गुरु नानक के घर दे विच कह रहे। साध संगत असीं बड़ियां चीज़ां ने जिन्हां नूं अज भी करामात नाल जोड़दे आ, उस वक्त दे अंदर भी गल करदे आ कई चीज़ां जिन्हां नूं करामात नाल जोड़दे आ। पर ध्यान देना, गुरु नानक साहब पातशाह जी तो लैके धन गुरु कलगीधर पातशाह जी तक किसी भी गुरु ने कभी कोई करामात नहीं दिखाया। इस गल नूं तुसीं इतिहास पढ़ो तो गल समझ विच आएगी। कभी कोई करामात नहीं दिखाई मेरे सतगुरां ने। बाबे नानक की गल की, असी ये कह दिता भी बाबे नानक ने अखां मिचियां, क्या मरदाना अखां मेघ, ते चल बाबा नानक जी फलानी थां ते पहुंच गए। नहीं, जदों तुसीं ये गल्लां करदे हो ते बाबे नानक की घालना नूं बहुत छोटा कर दिंदे हो। भाई साहब भाई गुरदास जी के बचन पढ़ो। भाई साहब भाई गुरदास जी कहते ने, पहला बाबे पाया बख्श दर, पिछों दे फिर घाल कमाई, रेत अक आहार कर रोड़ा की गुर करी विछाई। धन गुरु नानक साहब जी की एक घालना है। बाबे नानक ने बकायदा एक एक कदम पैंडा तय किया है, तुर के तय किया है भाई मरदाने के नाल। ते असी की घटनावां जोड़ दित्तियां। नानक बाबे नानक ने आख्या मरदाने आखा मीट, चल बाबा नानक जी बगदाद पहुंच गए। नहीं, ये गल्लां बाबे नानक की वडियाई नहीं, ये बाबे नानक की सिफत नूं बड़ा छोटा कर दित्तियां ने। क्योंकि गुरु नानक के घर विच सतगुरु गुरु ग्रंथ साहिब पातशाह जी की बाणी विच परमात्मा के हुक्म विच चलण की गल है। किते नहीं आखिया भी परमात्मा अपनी सृष्टि का हुक्म किसी एक बंदे लिए बदल देता है। जे परमात्मा अपनी सृष्टि का हुक्म बंदे लिए बदलता होंदा ते ध्यान देना, गुरु अर्जुन देव पातशाह जी जिहड़ी तत्ती तवी ते बैठे ने, वो तत्ती ना रहिंदी, वो ठंडी हो जाती। धन गुरु तेग बहादुर पातशाह जी जेड़े साहिबां दे प्यारे मरजीवड़े सिख उबल दी देग विच बैठे ने, आरे नाल चीरे गए ने। बहुत कुछ सी इतिहास विच जेड़ा बदलिया जा सकदा सी, पर मेरे सतगुरु जी हर थां ते परमात्मा दे भाणे विच रहे ते अपने सिखां नूं रब दे हुक्म विच रहण दी गल आखी। सतगुरु ने किते कोई करामात नहीं दिखाई। पहली गल साहब नूं कही गई भी करामात दिखाओ। जे करामात राम राय ने दिखाई दिल्ली की धरती ते, इतिहास लिखता है 70 करामातां राम राय ने इस दिल्ली की धरती ते औरंगजेब के दरबार में दिखाइयां सी। ते धन गुरु हर राय पातशाह जी ने आख्या सी राम राय नूं कहो जिधर उनका मुँह है उधर चला जाए, गुरु घर में जाण की जरूरत नहीं। मुँह किधर सी उनका? बादशाह वाल। सब ने आख्या जे बादशाह वाल मुँह है तो बादशाह की चरणों के विच रह के उनकी सेवा करो।
गुरु नानक दे घर विच तुहाडे लई कोई जगह नहीं। अपना खून धन गुरु हर राय पातशाह जी के पुत्र बाबा राम राय, पर सतगुरु ने मुंह नहीं लाया। थोड़ी जी तवज्जो दिओ, जिहड़े बचन मैं कहना चाहना भी सुख सने अर भै नहीं जाके कंचन माटी माने। धन गुरु तेग बहादुर पातशाह जी के सामने तीन गल्लां सन। पहली ये भी करामात दिखाओ, दूजी ये भी सतगुरु पातशाह जी तुसी साडे दीन नूं कबूल कर लो, ते जे दोवें गल्लां नहीं, इन्हां विचों एक भी नहीं, ते धन गुरु तेग बहादुर साहब जी नूं काजी कह लगा फिर मरण दे लई तैयार हो जाओ। साहब धन गुरु तेग बहादुर पातशाह जी ने काजी नूं हसदिया एक गल कही सी, काजी करामात नानक दे घर विच कह रहे, मैं ज़्यादा डिटेल विच नहीं जाना चाहता, समय की समाप्ति है। इहदे लई साध संगत बड़ा समा चाहिए। देखो शहीदी दिन होवे ना, वैसे साडा ना बिरती बन गई है, होना ही चाहिए। मैं बेनती करा प्रबंधक सज्जन भी सब बैठे ने, जो ऐसे दिन आना यतन करया करो 5-4 दिन पहला गुरु की हजूरी विच संगत जुड़े, ते उस इतिहास नूं, उस हिस्टरी नूं बड़ी तफदीश दे नाल साहब दी पावन बाणी दा आसरा लैके वाचिया जाए। फिर सानू समझ आए कि भी साडा इतिहास की है, ते सतगुर की बाणी सानू की प्रेरणा देती है। सिर्फ 15-20 मिनट अद्धे घंटे विच ये सिर्फ एक खाना पूर्ति जी होंगी, इस तो वध के कुछ नहीं। खैर धन गुरु तेग बहादुर पातशाह जी साहिबां दे चरनां दे विच तीन गल्लां कहियां काजी ने। साहब ने आख्या भी करामात नानक दे घर विच कह रहे, तुसीं कहंदे हो दीन छड्ड दिओ। साहब ने बाणी दियां कुछ उदाहरणां दित्तियां, फरीदा बेनिवाजा कुत्तिया ए ना भली रीत, कभी चल न आया पंजे वक्त मसीत, उठ फरीदा उजू साध सुबह निवाज गुजार, जो सिर साई नानी में सो सिर कप उतार। इत्थे राम कहणियां अल्लाह कहण विच कोई गुरेज नहीं, गल सिर्फ इन्नी है राम ते अल्लाह कहण वाले दे चरनां दे विच जुड़। अल्लाह कह रहे हैं ते अल्लाह दी गल मन, राम कह रहे हैं ते राम दी गल। गल सिर्फ इन्नी को है, जे राम कह के भी राम नूं मनना नहीं, अल्लाह कह के भी उस मालिक दे हुक्म विच नहीं चलना, ते बाबा जी कहते ने तेरा धर्म सिर्फ पाखंड है, इस तो वध के कुछ नहीं। सतगुरु गुरु नानक पातशाह जी ने कृपा की, साहब ने गुरु तेग बहादुर साहब जी ने तीन गल्लां विचों तीजी प्रवान की। फिर साहिबां नूं धन गुरु तेग बहादुर साहब जी नूं अंदरों डोलाउण दे लई साहिबां दे लई एक पिंजरा लिआंदा गया, जिस पिंजरे विच धन गुरु तेग बहादुर साहब जी नूं खड़ा किया गया है, वो पिंजरा इस ढंग नाल बनाया सी। सोहन सिंह सीतल लिखते हैं कि उस पिंजरे नूं ना गुरु तेग बहादुर साहब जी बह सकते सन, ना पिछे ढो ला सकते सन, ना अगे ते ना सीधा खड़े हो सकते सन। इंज कह लो कि नीवें ढोई खड़े होना, कमर झुका के अंदर खड़े होना। ख्याल करियो किसी बंदे नूं डोलाउण दे लई ये तरीके हुंदे सन भी किवें उहदा अंदर डोल जाए ताकि वह साडी कही हुई गल नूं मन ले। सोहन सिंह सीतल ते इत्थों तक लिखते ने, कह लगे ये जिहड़ा पिंजरा है तकरीबन 19वीं सदी तक 1910-12 तक ये पिंजरा शीशगंज के नाल पिया रहा है, पर यह साडी बदकिस्मती है भी असीं इस पिंजरे नूं संभालिया कोई नहीं। असीं सब जिन्नियां चीज़ां गुरु इतिहास नाल जुड़ियां सी सब गलियां मेट कर दित्तियां। जे किते उन्हां चीज़ां नूं संभालिया हुंदा अज सानू अपने बच्चों नूं एक एक चीज़ कहनी ना पैंदी, सिर्फ जाके उत्थे दिखा देंदे बेटा वो पिंजरा है जिस पिंजरे विच गुरु तेग बहादुर साहब जी नूं खड़ा किया गया सी। साडे बच्चों के सामने सारा इतिहास आ जाना सी। ये साडी बदकिस्मती है भी असीं गुरुद्वारियां नूं संगमरमर ते सोने अंदर वड़ दिता। जे अकाल तख्त ढाया तो असीं उहनूं भी संभाल के ना रखिया, असीं उहनूं भी ढह ढेरी होए नूं भी असीं संगमरमर दे पत्थर ला के फिर दोबारा उस तरह खड़ा कर दिता। कितना चंगा हुंदा जे जे नीहां विच साहिबजादियां नूं चिणिया गया ते असीं उन्हां नीहां नूं नहीं संभाल सके। सतगुरु गुरु तेग बहादुर पातशाह जी ने मरजीवड़े प्यारे सिख भाई मती दास, भाई सती दास ते भाई दयाला जी नूं तिन्हां नूं दुनिया के सारे सुख सहूलतां दे लालच दिते गए। सुख सने अर भै नहीं जाके सब तो ज्यादा डर दिते गए, पर धन गुरु तेग बहादुर पातशाह जी के नाम मरजीवड़े सिखा ने, क्योंकि सुखा प्रति स्नेह नहीं।
ਤੇ ਕਿਸੇ ਦਾ ਭੈ ਨਹੀਂ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਦਰ ਵਸੀਏ, ਜਿੱਥੇ ਪਾਤਸ਼ਾਹ ਕਹਿੰਦੇ ਨੇ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਇਹ ਗੁਰੂ ਕੇ ਪਿਆਰੇ ਸਿੱਖ 10 ਨਵੰਬਰ 1675 ਨੂੰ ਸ਼ਹੀਦ ਹੁੰਦੇ ਨੇ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਂਦਾ ਹੈ, ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਜਾਂਦਾ ਹੈ, ਅੱਗ ਲਾ ਦਿੱਤੀ ਜਾਂਦੀ ਹੈ। ਧਿਆਨ ਦੇਣਾ, ਰੂਹ ਜਦੋਂ ਬਲਦੀ ਏ, ਇਹ ਧੁੱਖ ਕੇ ਬਲਦੀ ਏ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਰਜੀ ਬੜੇ ਪਿਆਰੇ ਗੁਰਸਿੱਖ ਭਾਈ ਦਿਆਲ ਦਾਸ ਨੂੰ, ਉਹਨਾਂ ਨੂੰ ਉਬਲਦੀ ਦੇਗ ਦੇ ਵਿੱਚ ਬਿਠਾ ਕੇ ਸਤਿਗੁਰ ਪਾਤਸ਼ਾਹ ਜੀ ਦੇ ਨੇ ਪਿਆਰੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਮਾਨੋ ਗੁਰੂ ਕੇ ਪਿਆਰੇ ਲਾਲ ਇਸ ਪਾਵਨ ਸ਼ਬਦ ਦੀ ਵਿਆਖਿਆ ਦੁਨੀਆ ਦੇ ਸਾਹਮਣੇ ਕਰਦੇ ਨੇ। ਕਹਿੰਦੇ ਨੇ, ਦੁਨੀਆ ਦੇ ਲੋਕੋ, ਦੁੱਖ ਤੇ ਸੁੱਖ ਜੀਵਨ ਦੇ ਨਾਲ ਚੱਲਣਗੇ, ਇਹ ਦੋ ਕੱਪੜੇ ਨੇ। ਪਰ ਜੇ ਦੁੱਖ ਵਿੱਚ ਘਬਰਾ ਜਾਓਗੇ ਤੇ ਸੁੱਖ ਨਾਲ ਮੋਹ ਕਰ ਲੋਗੇ ਤੇ ਰੱਬ ਦੇ ਹੁਕਮ ਤੋਂ ਮੁਨਕਰ ਹੋ ਜਾਓਗੇ। ਜਿਸ ਦੁੱਖ ਵਿੱਚ ਵੀ ਦੁੱਖ ਨੂੰ ਫੀਲ ਅਨੁਭਵ ਨਹੀਂ ਕਰੋਗੇ, ਪ੍ਰਮਾਤਮਾ ਦੇ ਭੈ ਤੇ ਰਜ਼ਾ ਵਿੱਚ ਰਹੋਗੇ, ਤੇ ਜੇ ਸੁੱਖ ਵਿੱਚ ਵੀ ਆ ਕੇ ਰੱਬ ਨੂੰ ਵਿਸਾਰੋਗੇ, ਨਹੀਂ ਉਹਦੇ ਹੁਕਮ ਵਿੱਚ ਰਹੋਗੇ, ਸੱਚ ਜਾਣਿਓ ਫਿਰ ਗੁਰੂ ਦੀ ਕਿਰਪਾ ਦੇ ਪਾਤਰ ਬਣੋਗੇ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਨਹਿ ਨਿੰਦਿਆ ਨਹਿ ਉਸਤਤ ਜਾਂ, ਹਾਲਾਂਕਿ ਇੱਕ ਬਚਨ ਬੜੀ ਤਫਤੀਸ਼ ਮੰਗਦਾ ਹੈ। ਨਿੰਦਿਆ ਕੀਏ, ਉਸਤਤ ਕੀਏ, ਹਰਖ ਸ਼ੋਕ ਕੀਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਖ ਸ਼ੋਕ ਤੇ ਰਹਿ ਨਿਆਰੂ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ। ਬਸ ਜਿੰਦੇ ਅੰਦਰ ਆਹ ਚੀਜ਼ਾਂ ਪੈਦਾ ਹੋ ਗਈਆਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਰੂਪ ਹੈ। ਇਹ ਕਿਵੇਂ ਬਣਦੀ ਗੱਲ? ਪਾਤਸ਼ਾਹ ਕਹਿੰਦੇ ਨੇ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਫਿਰ ਅੱਜ ਦੇ ਦਿਨ 11 ਨਵੰਬਰ 1675, ਜਿੱਦਣ ਸਤਿਗੁਰੂ ਪਾਤਸ਼ਾਹ ਜੀ ਨੂੰ ਚਾਂਦਨੀ ਚੌਂਕ ਦੇ ਅੰਦਰ ਜਿਹੜੇ ਉਸ ਵਕਤ ਦੇ ਜਲਾਦ ਸਨ ਜਲਾਲੂਦੀਨ ਤੇ ਕਾਜ਼ੀ ਵਹਾਬੂਦੀਨ ਵੋਹਰਾ, ਉਹਦੇ ਵੱਲੋਂ ਫਤਵਾ ਸੁਣਾਇਆ ਜਾਂਦਾ ਹੈ। ਜਲਾਲੂਦੀਨ ਵੱਲੋਂ ਸਤਿਗੁਰਾਂ ਦੇ ਤਨ ਤੇ ਸਿਰ ਤੇ, ਸਤਿਗੁਰਾਂ ਦੇ ਧੜ ਦੇ ਉੱਪਰ ਤਿੱਖੀ ਤੇਗ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਸਨ ਪੰਡਤ ਕਿਰਪਾ ਰਾਮ ਨੂੰ ਕਿ ਬੱਚਿਓ ਜਾਓ, ਬੱਚਿਓ ਘਰੀ ਜਾਓ, ਸਿਰ ਦੇ ਕੇ ਸਤ ਬਚਾਉਂਗਾ ਮੈਂ, ਹਿੰਦੂ ਧਰਮ ਦੇ ਬੁਝਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਜਗਰੇ ਦੀਵਿਆਂ ਅੰਦਰ ਅੱਜ ਵੀ ਲਹੂ ਗੁਰੂ ਤੇਗ ਬਹਾਦਰ ਦਾ ਬਲ ਰਿਹਾ। ਸੱਚ ਵਿੱਚ ਗੁਰਮੁਖੋ, ਮੈਂ ਕਹਿੰਦਾ, ਜਦੋਂ ਸਵੇਰੇ ਪੰਡਤ ਮੰਦਰ ਦੇ ਕਵਾੜ ਖੋਲ੍ਹਦਾ ਤੇ ਉਸ ਮੰਦਰ ਦੇ ਅੰਦਰ ਦੀਵਾ ਜਗਾਉਂਦਾ ਹੈ, ਧੂਪ ਬੱਤੀ ਬਾਲਦਾ ਹੈ ਜਾਂ ਲਾਈਟ ਬਾਲਦਾ ਹੈ, ਤੇ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰੇ ਕਿ ਸਤਿਗੁਰੂ ਜੀ, ਇਹ ਤੇਰੀ ਕਿਰਪਾ ਦੇ ਨਾਲ ਅੱਜ ਸਾਡੇ ਦਿਵਾਲਿਆ ਨੇ, ਜੇ ਤੂੰ ਨਾ ਹੁੰਦਾ ਤੇ ਸਤਿਗੁਰੂ ਜੀ ਅੱਜ ਇਹ ਦਿਵਾਲਿਆ ਨਹੀਂ ਸੀ ਹੋਣੇ। ਕਿਸੇ ਅਦੀਬ ਨੇ ਬੜੇ ਪਿਆਰੇ ਬੋਧ ਕਹੇ, ਜੋ ਕਹਿੰਦਾ ਹੈ, ਇਹ ਜੋ ਕੁਝ ਵੀ ਅਸੀਂ ਪਸਾਰਾ ਵੇਖਨੇ ਆ, ਅੱਜ ਜੋ ਕੁਝ ਆ ਪਸਾਰਾ ਅਸੀਂ ਤੱਕ ਰਹੇ ਹਾਂ, ਕਹਿਣ ਲੱਗੇ ਕੁਝ ਵੀ ਨਹੀਂ ਸੀ ਹੋਣਾ। ਨਾ ਮੰਦਰਾਂ ਦੇ ਵਿੱਚ ਟੱਲ ਖੜਕਦੇ, ਪੂਜਾ ਲਈ ਕੋਈ ਤਿਆਰ ਨਾ ਹੁੰਦਾ, ਨਾ ਕੋਈ ਰਾਮ ਨੂੰ ਪੂਜਦਾ ਇੱਥੇ, ਕਹਿਣ ਲੱਗੇ ਨਾ ਕੋਈ ਹੁੰਦਾ ਰਾਮ ਉਪਾਸਕ, ਇੱਥੇ ਕਿਸੇ ਨੇ ਨਹੀਂ ਸੀ ਕਹਿਣਾ ਰਾਮ ਨੂੰ ਪੂਜੋ, ਰਾਮ ਸਾਡਾ ਭਗਵਾਨ ਹੈ। ਕਹਿੰਦੇ ਨਾ ਕੋਈ ਹੁੰਦਾ ਰਾਮ ਉਪਾਸਕ, ਜਪਦਾ ਕੋਈ ਮੁਰਾਰ ਨਾ ਹੁੰਦਾ। ਇੰਨਾ ਨਹੀਂ, ਉਹ ਕਹਿੰਦਾ ਨਾ ਕੋਈ ਇੱਥੇ ਹੁੰਦੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ, ਕੁਝ ਵੀ ਨਹੀਂ ਸੀ ਹੋਣਾ। ਸੁਨਤ ਸਭ ਨੇ ਕੀਤੀ ਹੁੰਦੀ, ਜਿਹੜੇ ਜੰਜੂ ਨੇ, ਕਹਿੰਦੇ ਸੁਨਤ ਸਭ ਨੇ ਕੀਤੀ ਹੁੰਦੀ, ਜੰਜੂਆਂ ਦਾ ਗਲਹਾਰ ਨਾ ਹੁੰਦਾ, ਤੇਗ ਬਹਾਦਰ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾ ਹੁੰਦੇ ਤੇ ਸੱਚ ਵਿੱਚ ਅੱਜ ਬੜੇ ਫਕਰ ਨਾਲ
ਹਰ ਬੰਦੇ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਸਿਜਦਾ ਕਰਕੇ ਕਹਿਣਾ ਚਾਹੀਦਾ ਵੀ ਸਤਿਗੁਰੂ ਅਸੀਂ ਤੇਰੇ ਸਿੱਖ ਹਾਂ।